तुच्छ हमारी, बर न सकै महिमा जो तिहारी। हम न सकत कर सिफत तुम्हारी, आप ले हो तुम कथा सुधारी। चेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हों करी बखियान। दासन दास कहे जन नानक, जेहा तू कराए तेहा हों करी वखियान। सतनाम श्री वाहिगुरु साहिब जी। बाबीहा तू सहज बोला, सच्चा शब्द सुभाए। वाहिगुरु जी का खालसा, वाहिगुरु जी की फतेह। पतत पावन भगत वत्सल कृपा निदान सर्व शक्तिमान मुक्ति दाते, रूहानियत दे मुजस्मे कल युग दे बोहित, जुगो जुग अटल साहिब श्री गुरु ग्रंथ साहिब जी दी पावन पवित्र हजूरी विच सतगुरां दे महान पावन पवित्र स्थान गुरुद्वारा श्री बंगला साहिब विखे सज बैठी सतगुरां दी साजी निवाजी गुरु की सुंदर रूप स्वरूप साध संगत जी। आप जी वडभागी हो, अमृत वेले तो समय समय अनुसार गुरु हजूर सज के अमृत वेले तो अमृतमय बाणी आसा की वार दे शब्द कीर्तन सरवण कीते ने। उपरंत सत्कारयोग सिंह साहिब ज्ञानी रणजीत सिंह जी ने अज जो सतगुरु पातशाह ने साडे कलयुगी जीवां ते महान बख्शिश करके जीवन जाच जीवन सेध बख्शिश करदियां होया ये पावन पवित्र बचन बख्शिश कीते ने। अमृतमय बाणी उपदेश बख्शिश कीता है। इस दे मूल रूप दे विच पाठ सरवण कीता है और नाल ही बहुत जरूरी बेनतियां आप जी ने सरवण कीतियां ने और रोजाना ही गुरु घर दे वल्लों बेनतियां कीतियां जांदियां ने। इन्हां बेनतियां नूं असीं सरवण करके इन्हां ते अपने जीवन नूं ढालण दा यतन करना है, सहयोग देण दा यतन करना है, अपना योगदान पाउण दा यतन करना है तां कि असीं किसी लोड़वंद दी लोड़ पूरी करके गुरु दीआं असीसां दे पात्र बन सकीए। क्योंकि रहतनामिਆਂ विच जिक्र आउंदा है कि पातशाह ने बचन कहे ने कि किसी गरीब सिख दा कारज होवे ते सानू रल के करना चाहिए। इस करके अज बहुत वड्डी जरूरत है जो आप जी सरवण कर रहे सी यूक्रेन दे संबंध विच वध तो वध सहयोग दईए ताकि ये गुरु पातशाह साडे ते रहमत करन
ਦਾਤਾਰ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਇਸ ਦੀ ਵਿਚਾਰ ਕਹਿਣ ਸੁਣਨ ਲਈ ਇੱਕ ਵਾਰੀ ਰਸਨਾ ਪਵਿੱਤਰ ਕਰ ਲਈਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ। ਬਬੀਹਾ ਤੂੰ ਸਹਜ ਬੋਲਾ, ਸੱਚਾ ਸ਼ਬਦ ਸੁਭਾਏ। ਸਾਹਿਬ ਬਖਸ਼ਿਸ਼ ਕਰਦੇ ਨੇ, ਜਿਵੇਂ ਆਪ ਜੀ ਪਹਿਲੇ ਸਰਵਣ ਕਰ ਚੁੱਕੇ ਹੋ, ਵਾਰਾਂ ਤੇ ਵਧੀਕ ਦੀ ਇਹ ਸਰਲੇਖ ਹੇਠ ਬਾਣੀ, ਜੋ ਵਾਰਾਂ ਤੋਂ ਵਧੇ ਹੋਏ ਸ਼ਲੋਕ ਨੇ ਗੁਰੂ ਸਾਹਿਬਾਨ ਦੀ ਅੰਮ੍ਰਿਤਮਈ ਬਾਣੀ, ਇਹ ਪਾਵਨ ਪਵਿੱਤਰ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਨਿਰੰਕਾਰੀ ਸਰੂਪ ਜੀ ਦੇ ਬਖਸ਼ਿਸ਼ ਕੀਤੇ ਨੇ, ਔਰ ਸਤਿਗੁਰਾਂ ਦੇ 67 ਸ਼ਲੋਕ ਨੇ। ਇਹ ਆਪ ਜੀ ਸਰਵਣ ਕਰ ਰਹੇ ਹੋ 56ਵਾਂ ਸ਼ਲੋਕ, ਜਿਸ ਦੇ ਵਿੱਚ ਮੇਰੇ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਣ ਦੇ ਵਾਸਤੇ ਇੱਕ ਬੰਬੀਹੇ ਪਪੀਹਾ ਕਹਿ ਲੋ, ਚਾਤਰਿਕ ਕਹਿ ਲੋ, ਬੰਬੀਹਾ ਕਹਿ ਲੋ, ਉਹਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰਾਂ ਨੇ ਸਾਨੂੰ ਅਨੇਕ ਉਦਾਹਰਨਾਂ ਦੇ ਦੇ ਕੇ ਸਮਝਾਉਣਾ ਕੀਤਾ ਹੈ। ਜਿਵੇਂ ਪਾਤਸ਼ਾਹ ਜੀ ਸਾਨੂੰ ਚਿੜੀਆਂ ਦੇ ਰਾਹੀਂ ਵੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਚਿੜੀ ਚੌਕੀ ਪਉ ਫੁੱਟੀ, ਵਗਨ ਬਹੁਤ ਤਰੰਗ। ਇਸੇ ਤਰ੍ਹਾਂ ਹੋਰ ਵੀ ਬੇਅੰਤ ਪੰਛੀਆਂ ਦੇ ਰਾਹੀਂ, ਪਸ਼ੂਆਂ ਦੇ ਰਾਹੀਂ ਸਾਨੂੰ ਸਮਝਾਉਣ ਵਾਸਤੇ ਪਾਤਸ਼ਾਹ ਨੇ ਪਾਵਨ ਬਚਨ ਉਚਾਰਨ ਕੀਤੇ ਨੇ। ਅੱਜ ਦੇ ਇਹ ਪਾਵਨ ਪਵਿੱਤਰ ਜੋ ਬਚਨ ਨੇ, ਸਤਿਗੁਰਾਂ ਨੇ ਬੰਬੀਹੇ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਬੰਬੀਹਾ ਕਹਿ ਲੋ, ਪਪੀਹਾ ਕਹਿ ਲੋ, ਚਾਤਰਿਕ ਕਹਿ ਲੋ, ਇਹ ਇੱਕ ਐਸਾ ਪੰਛੀ ਹੈ ਜਿਹੜਾ ਸ਼ਿਕਰੇ ਦੇ ਸਮਾਨ ਹੁੰਦਾ ਹੈ। ਸ਼ਿਕਰਾ ਜੋ ਇੱਕ ਮਾਸਾਹਾਰੀ ਜੀਵ ਹੈ ਔਰ ਬਾਜ ਦੀ ਕਿਸਮ ਦੇ ਵਿੱਚੋਂ ਹੈ। ਇਹਦਾ ਰੂਪ ਰੰਗ ਸ਼ਿਕਰੇ ਦੀ ਤਰ੍ਹਾਂ ਹੈ, ਪਰ ਇਸ ਦਾ ਸੁਭਾਵ, ਇਸ ਦਾ ਬੋਲ ਉਸ ਤੋਂ ਬਹੁਤ ਅਲੱਗ ਹੈ। ਇਸ ਦੀ ਚੁੰਝ ਬਿਲਕੁਲ ਹੀ ਸਿੱਧੀ ਹੁੰਦੀ ਹੈ, ਇਸ ਕਰਕੇ ਇਹ ਚੁੰਝ ਦੇ ਨਾਲ ਪਾਣੀ ਵੀ ਨਹੀਂ ਪੀ ਸਕਦਾ ਹੈ। ਇਹ ਆਮ ਕਰਕੇ ਪੰਛੀਆਂ ਤੇ ਰਹਿੰਦਾ ਹੈ, ਆਮ ਕਰਕੇ ਬਿਰਛਾਂ ਤੇ ਰਹਿੰਦਾ ਹੈ, ਤੇ ਬਿਰਛ ਦੇ ਵਿੱਚ ਵੀ ਲੁਕ ਕੇ ਬੈਠਦਾ, ਪਰ ਜਦੋਂ ਬੋਲਦਾ ਹੈ ਬਹੁਤ ਹੀ ਸੁੰਦਰ ਸੁਰੀਲੀ ਆਵਾਜ਼ ਇਸ ਦੀ ਹੁੰਦੀ ਹੈ। ਵਿਦਵਾਨ ਕਹਿੰਦੇ ਕਿ ਕੋਇਲ ਤੋਂ ਵੀ ਜ਼ਿਆਦਾ ਸੁਰੀਲੀ ਆਵਾਜ਼ ਪਪੀਹੇ ਦੀ ਹੈ, ਔਰ ਪਪੀਹਾ ਆਪਣੀ ਪਿਆਸ ਬੁਝਾਉਣ ਦੇ ਵਾਸਤੇ ਬੋਲਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਬਚਨ ਕਹੇ ਨੇ, ਅੰਮ੍ਰਿਤ ਵੇਲੇ ਬੋਲਿਆ ਬੰਬੀਹਾ, ਅੰਮ੍ਰਿਤ ਵੇਲੇ ਬੋਲਿਆ ਬੰਬੀਹਾ, ਤਉ ਦਰ ਸੁਣੀ ਪੁਕਾਰ, ਦਰ ਸੁਣੀ ਪੁਕਾਰ। ਮੇਘੇ ਨੂੰ ਫੁਰਮਾਨ ਹੋਵਾ, ਵਰਸੋ ਕਿਰਪਾ ਧਾਰ, ਮੇਘੇ ਨੂੰ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਅੰਮ੍ਰਿਤ ਵੇਲੇ ਬੋਲਦਾ, ਕਿਸ ਵਾਸਤੇ ਬੋਲਦਾ? ਆਪਣੀ ਪਿਆਸ ਬੁਝਾਉਣ ਵਾਸਤੇ। ਤੇ ਵਾਸਤਵ ਦੇ ਵਿੱਚ ਇਹ ਜਗਿਆਸੂ ਵੀ ਇੱਕ ਬੰਬੀਹੇ ਦੀ ਤਰ੍ਹਾਂ ਹੈ। ਭਾਈ ਕਾਹਨ ਸਿੰਘ ਜੀ ਨੇ ਆਪਣੇ ਇਹ ਬਚਨ ਉਚਾਰਨ ਕਰਦਿਆਂ ਹੋਇਆਂ ਕਿਹਾ ਕਿ ਕੋਈ ਵੀ ਹੈ, ਇਹ ਜਗਿਆਸੂ ਨੂੰ ਉਪਦੇਸ਼ ਦੇਣ ਵਾਸਤੇ ਹੀ ਹੈ। ਜਗਿਆਸੂ ਰੂਪੀ ਬੰਬੀਹਾ ਜਿਹੜਾ ਹੈ, ਇਹ ਉਸ ਮਾਲਕ ਦੇ ਪਾਸ ਪੁਕਾਰ ਕਰਦਾ ਹੈ, ਜੋਦੜੀ ਕਰਦਾ ਹੈ, ਅਰਦਾਸ ਕਰਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣ ਵਾਸਤੇ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਜਗਿਆਸੂ ਨੇ ਬੇਨਤੀ ਕਰਨੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਚਨ ਸੁਣਾਇਆ ਕਰਦੇ ਸਨ। ਉਹਨਾਂ ਦਾ ਬਹੁਤ ਵੱਡਾ ਸਮਾਗਮ ਅਲਵਰ ਦੇ ਵਿੱਚ ਅੱਜ ਆਰੰਭ ਹੋਇਆ ਹੈ। ਬਹੁਤ ਵੱਡੀ ਦੇਣ ਹੈ ਗਿਆਨੀ ਜੀ ਦੀ ਪੰਥ ਨੂੰ, ਤੇ ਸਾਨੂੰ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਹੈ ਸਮਾਗਮਾਂ ਦੇ ਵਿੱਚ। ਉਹ ਕਿਹਾ ਕਰਦੇ ਸਨ ਕਿ ਸ਼ੇਖ ਸ਼ਾਦੀ ਨੇ ਇੱਕ ਬਚਨ ਕਿਹਾ ਹੈ
कि ऐ इंसान अगर तू दिन दे समय बादशाह की तरह जिंदगी जिउणी चाहुंदा है ते रात दे चौथे पहर समय एक मंगता बन जा कर खुदा दे अगे। रात दे चौथे पहर खुदा दे अगे, परमेश्वर दे अगे एक मंगता बन जाया कर। मंगता बन के मंगना की है? कोई धन पदार्थ नहीं मंगने, कोई तंदुरुस्ती नहीं मंगनी, संसार दे सुख नहीं मंगने, शरीर दे सुख नहीं मंगने। मंगना है ते मालिक दे कोलों उस परमात्मा दा नाम मंगना है, उसका सिमरन मंगना है, उसकी बंदगी मंगनी है। इसलिए साहब कहते मंगन मांग ता हर जस मांग। सिखा जी मंगना है ते गुरु दे कोलों हरि परमात्मा दा जस करना मंग, परमेश्वर दा नाम मंग। क्योंकि सतगुरु पातशाह जी दे नाम की ऐसी वडियाई है कि जे नाम पले ते धन पदार्थ केवल संसार दे ही नहीं, अगे परलोक दे भी सुख प्राप्त हो जाते हैं। इस करके लोक ते परलोक दे सुखां दा खजाना परमात्मा दा नाम है। इसलिए साहब कहते बिन तुद होर जे मंगना, सिर दुखां दा दुख, देह नाम संतोखिया, उतरै मन की भुख। नाम तो बिना जिहड़ा मंगना है वह दुखां दे विच ही दुख होर पैदा हो जाते हैं। इस करके परमात्मा दे कोलों परमेश्वर दा नाम मंगना है। जिंदगी नामे दे विच बड़े प्यारे शब्द कहे ने। वो कहंदे ने गर तुरा यादे खुदा बाशद मुदाम, ऐ शवी मर्दे खुदा मर्द तुमाम। वो कहंदे ऐ मनुख, ऐ इंसान, जेकर तू परमात्मा दे नाल जुड़ जाए ते तू पुरुष बन सकदा है। इहदा मतलब है जे नाम तो बिना बंदा गंदा है, नाम तो बिना इसकी कोई अहमियत नहीं है। इस करके साहब कहते बंदगे बंदे बंदगी इख्तियार, साहिब रोस धरे के प्यार। मालिक तेरे ते प्यार करदा है, तेरे ते रोस करदा है, पर तेरा फर्ज है मालिक दी बंदगी करना। नौकर दा काम हुंदा है मालिक दे अनुसार ही चलना, मालिक दा हुक्म मनना। मालिक उसका रोजीना वधाउंदा है नहीं वधाउंदा, ये मालिक दी मर्जी है। इस करके बंदे दा काम है कुछ परमात्मा दे नाल जुड़ना, क्योंकि हर के यादे खुदा। अगर तू चत्ते पहर उस मालिक दी याद विच जुड़िया रहेगा ते तेरी हमेशा उस मालिक दे नाल रसाई बनी रहेगी, तेरी प्रीत बनी रहेगी उस परमात्मा दे नाल। इस करके ऐ जग्यासू रूपी पपीहे, ऐ इंसान रूपी पपीहे, तू की करना है? तू सहज बोल, उस मालिक दे परमात्मा दे नाम नू जपना कर। क्योंकि पपीहा जिहड़ा है ना, ये स्वांती बूंद वास्ते बोलदा है, स्वांती बूंद दे आनंद वास्ते बोलदा है। ये स्वांती बूंद जदों नक्षत्र दे विच टिकदी डिगदी है ना, ते जिहड़ी बूंद पपीहे दे सिद्धी मूँह विच पै जाए, ओदी जन्म जन्मांतरां दी प्यास मिट जांदी है। ये स्वांती दी बूंद केले विच डिग जाए ते कपूर बन जांदा है, सिप्पी विच पै जाए ते मोती बन जांदा है, बांस विच पै जाए ते बंस लोचन बन जांदा है। खुदा नखास्ता किते ये स्वांती दी बूंद किसे गोबर ते डिग पए ते कीड़े पै जांदे ने। ये स्वांती दी बूंद जदों सीधी पपीहे दे मूँह विच पैंदी है, वेखो जदों पपीहे नूं प्यास लगदी है ना, ते भावें किन्ना दरिया चलदा होवे पानी दा, किन्नी बरसात हुंदी रहे, पर उसकी प्यास नहीं बुझदी। कदे भी वो अपनी प्यास बुझाउण वास्ते किसे दरिया दा पानी नहीं पींदा, किसे होर ढाब दा, किसे टोबे दा पानी नहीं पींदा कि मैं अपनी प्यास बुझा लावां। केवल ते केवल स्वांती बूंद दी लालसा करदा है, केवल ते केवल स्वांती बूंद दे वास्ते लोचदा। सिखा अपने पदार्थां दी प्यास बुझाउण वास्ते,
ਆਪਣੇ ਦੁਨਿਆਵੀ ਸੁੱਖਾਂ ਨੂੰ ਪ੍ਰਾਪਤ ਕਰਨ ਵਾਸਤੇ ਮਾਲਕ ਦੇ ਪਰਮਾਤਮਾ ਦੇ ਨਾਮ ਦੀ ਸਵੰਤੀ ਬੂੰਦ ਨੂੰ ਤਿਆਗ ਕੇ ਕਿਸੇ ਕਰਮ ਕਾਂਡਾਂ ਵਿੱਚ ਨਾ ਪੈ ਜਾਈਂ, ਕਿਸੇ ਦੇ ਦਿਖਾਵੇ ਕਰਮ ਨਾ ਕਰਨ ਲੱਗ ਜਾਈਂ। ਕਿਉਂਕਿ ਮੇਰੇ ਸਾਹਿਬ ਕਹਿੰਦੇ ਨੇ ਪਾਵਨ ਗੁਰਬਾਣੀ ਵਿੱਚ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਕੀ ਕਰਨਾ ਜੀ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਇੱਕ ਨਿਮਖ ਮਾਤਰ ਪਰਮਾਤਮਾ ਦਾ ਇੱਕ ਰਸ ਕੀਰਤਨ ਕਰ। ਕੀਰਤਨ ਤੋਂ ਭਾਵ ਕੀਰਤੀ ਹੈ। ਕੀਰਤੀ ਤੋਂ ਭਾਵ ਤੂੰ ਬਾਣੀ ਪੜ, ਬਾਣੀ ਸੁਣ, ਕੀਰਤਨ ਕਥਾ ਸਰਵਣ ਕਰ, ਨਿਤਨੇਮ ਕਰ, ਸਹਿਜ ਪਾਠ ਕਰ, ਜਿਹਦੇ ਵਿੱਚ ਮਾਲਕ ਦੀ ਸਿਫਤੋ ਸਲਾਹ ਹੋਵੇ, ਜਿਸ ਵਿੱਚ ਪਰਮਾਤਮਾ ਦਾ ਜਸ ਹੋਵੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਕਰਤੇ ਪਰਮਾਤਮਾ ਦਾ ਨਿਰਵਾਣ ਕਹਿੰਦੇ ਇੱਕ ਰਸ ਇਕਾਗਰ ਚਿੱਤ ਹੋ ਕੇ ਕਰ, ਤੇ ਕਰੇਗਾ ਨਾ ਇੱਕ ਨਿਮਖ ਮਾਤਰ ਵਿੱਚ ਹੀ ਤੇਰਾ ਛੁਟਕਾਰਾ ਹੋ ਜਾਏਗਾ। ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ, ਕਿਉਂ ਜ਼ਿਆਦਾ ਸਮਾਂ ਨਹੀਂ ਲੱਗੇਗਾ। ਸਦੀਆਂ ਦਾ ਹਨੇਰਾ ਹੋਵੇ ਤੇ ਸਦੀਆਂ ਦਾ ਹਨੇਰਾ ਕੱਟਣ ਵਾਸਤੇ ਸਦੀਆਂ ਨਹੀਂ ਚਾਹੀਦੀਆਂ। ਇੱਕ ਛਿਨ ਮਾਤਰ ਕੋਈ ਲਾਈਟ ਜਗਾ ਦਿਓ, ਸਦੀਆਂ ਦਾ ਹਨੇਰਾ ਖਤਮ ਹੋ ਜਾਏਗਾ। ਤੇ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਜਨਮ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਉਹ ਜਨਮ ਜਨਮਾਤਰ ਨਹੀਂ ਚਾਹੀਦੇ, ਇੱਕ ਨਿਮਖ ਚਾਹੀਦਾ। ਮੇਰੇ ਸਾਹਿਬ ਕਹਿੰਦੇ ਨੇ, ਸਾਹਿਬੇ ਆਲਮ ਸਰਬੰਸਦਾਨੀ ਪਿਤਾ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਹਿੰਦੇ ਇੱਕ ਮਨ ਹੋ ਕੇ, ਇਕਾਗਰ ਚਿੱਤ ਹੋ ਕੇ, ਜਿਸ ਨੇ ਇੱਕ ਛਿਨ ਮਾਤਰ ਹੀ, ਛਿਨ ਕਿੰਨਾ ਕੁ ਹੁੰਦਾ ਹੈ? ਅੱਖ ਦੇ ਝਮਕਣ ਜਿੰਨਾ ਸਮਾਂ। ਵਿਦਾਂਤ ਕਹਿੰਦਾ ਕਿ ਸੁਬੇਰੀ ਦੇ ਪੱਤੇ ਵਿੱਚ ਦੀ ਸੂਈ ਦਾ ਨੁੱਕਾ ਲੰਘ ਜਾਏ ਨਾ, ਇੱਕ ਛਿਨ ਮਾਤਰ ਹੋ ਜਾਂਦਾ ਹੈ। ਇੱਕ ਛਿਨ ਮਾਤਰ ਵਿੱਚ ਇੱਕ ਵਾਰੀ ਪਰਮਾਤਮਾ ਦਾ ਨਾਮ ਕਿਹਾ ਜਾ ਸਕਦਾ ਹੈ। ਅੱਲਾ ਕਹਿ ਲੋ, ਗੋਡ ਕਹਿ ਲੋ, ਰਾਮ ਕਹਿ ਲੋ, ਰਹੀਮ ਕਹਿ ਲੋ, ਵਾਹਿਗੁਰੂ ਕਹਿ ਲੋ। ਇੱਕ ਵਾਰੀ ਕੇਵਲ ਕਹਿਣਾ ਪੈਂਦਾ, ਇੱਕ ਵਾਰੀ ਕਿਹਾ ਜਾਂਦਾ ਹੈ। ਇੱਕ ਵਾਰੀ ਪਰਮਾਤਮਾ ਦਾ ਨਾਮ ਜਪਣ ਕਰਕੇ ਤੇਰਾ ਜਮਾਂ ਤੋਂ ਛੁਟਕਾਰਾ ਹੋ ਸਕਦਾ ਹੈ, ਤੇਰਾ 84 ਦੇ ਗੇੜ ਤੋਂ ਛੁਟਕਾਰਾ ਹੋ ਸਕਦਾ ਹੈ। ਕਿੰਨੀ ਬਖਸ਼ਿਸ਼ ਕੀਤੀ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ। ਇਸ ਲਈ ਕਹਿੰਦੇ ਨੇ ਕਿ ਆਤਮਿਕ ਅਡੋਲ ਦੀ ਪ੍ਰਾਪਤੀ ਕਰਨ ਵਾਲੇ ਵਜੀਵ ਰੂਪੀ ਪਪੀਹੇ, ਤੂੰ ਸਹਿਜ ਬੋਲ, ਉਸ ਮਾਲਕ ਦੇ ਅੰਮ੍ਰਿਤਮਈ ਬਚਨ ਬੋਲ। ਬੋਲਣ ਤੋਂ ਭਾਵ ਉਹਦੇ ਨਾਮ ਨੂੰ ਜਪਣਾ ਕਰ, ਉਹਦੇ ਸਿਮਰਨ ਦੇ ਨਾਲ ਜੁੜਨਾ ਕਰ। ਫਿਰ ਕੀ ਹੋਏਗਾ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਹਿਜ ਬੋਲ। ਆਤਮਿਕ ਅਡੋਲਤਾ ਦੇ ਵਿੱਚ ਇਕਾਗਰ ਚਿੱਤ ਹੋ ਕੇ, ਸਹਿਜ ਕਹਿੰਦੇ ਨੇ ਸਹਿਜੇ ਸਹਿਜੇ, ਹੌਲੀ ਹੌਲੀ। ਕਈ ਵਾਰੀ ਅਸੀਂ ਨਾਮ ਜਪਦੇ ਹਾਂ, ਨਿਤਨੇਮ ਕਰਦੇ ਹਾਂ, ਨਿਤਨੇਮ 5 ਬਾਣੀਆਂ ਦਾ ਕਰਦੇ ਹਾਂ, ਪਰ ਪਤਾ ਹੀ ਨਹੀਂ ਲੱਗਦਾ ਜਪਜੀ ਸਾਹਿਬ ਪੜ੍ਹਿਆ, ਜਾਪ ਸਾਹਿਬ ਪੜ੍ਹਿਆ ਕਿ ਆਨੰਦ ਸਾਹਿਬ ਤੇ ਪਹੁੰਚ ਜਾਂਦੇ ਹਾਂ। ਨਹੀਂ ਭਲਿਆ, ਅਸੀਂ ਆਡ ਨਹੀਂ ਪੂਰਾ ਕਰਨਾ ਕਿ 5 ਬਾਣੀਆਂ ਪੜ੍ਹਨੀਆਂ ਏ ਤੇ 10 ਮਿੰਟਾਂ 15 ਮਿੰਟਾਂ ਵਿੱਚ ਹੀ ਪੜ੍ਹ ਲਈਏ। ਨਹੀਂ, ਮੇਰੇ ਮਾਲਕ ਕਹਿੰਦੇ ਨੇ, ਸਾਨੂੰ ਸਮਝਾਉਂਦੇ ਨੇ, ਸਹਿਜੇ ਸਹਿਜ ਧਿਆਇਂਦਾ ਨੈ ਕਰਦਾ ਆਲਕ। ਆਲਕ ਨਹੀਂ ਕਰਨਾ ਤੇ ਸਹਿਜੇ ਹੌਲੀ ਹੌਲੀ ਜਪਣਾ। ਕਿਉਂਕਿ ਸਾਹਿਬ ਕਹਿੰਦੇ, ਹਰਿ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕੈਸੀ ਸੁੰਦਰ ਉਦਾਹਰਨ ਦਿੱਤੀ ਹੈ ਪਾਤਸ਼ਾਹ ਨੇ। ਅਗਰ ਕੋਈ ਸਵਾਣੀ ਦੁੱਧ ਰਿੜਕਦੀ ਹੈ ਤੇ ਦੁੱਧ ਰਿੜਕਣ ਲੱਗਿਆ ਦੁੱਧ ਵਿੱਚ ਮਧਾਣੀ ਪਾ ਕੇ ਰਿੜਕੀ ਜਾਂਦੀ, ਬੇਧਿਆਨੀ ਵਿੱਚ ਬਹੁਤ ਤੇਜ਼ੀ ਦੇ ਨਾਲ ਦੁੱਧ ਨੂੰ ਰਿੜਕਦੀ ਰਹਿੰਦੀ ਹੈ। ਦੁੱਧ ਰਿੜਕਿਆ ਤੇ ਜਾਂਦਾ ਹੈ, ਪਰ ਮੱਖਣ ਦੁੱਧ ਦੇ ਵਿੱਚ ਹੀ ਮਿਲ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਾਹਲੀ ਵਿੱਚ ਬਾਣੀ ਪੜ੍ਹਦੇ ਹਾਂ, ਕਾਹਲੀ ਵਿੱਚ ਨਾਮ ਜਪਦੇ ਹਾਂ, ਕਾਹਲੀ ਵਿੱਚ ਸਿਮਰਨ ਕਰਦੇ ਹਾਂ, ਨਿਤਨੇਮ ਕਰਦੇ ਹਾਂ, ਨਿਤਨੇਮ ਤੇ ਹੋ ਜਾਂਦਾ ਹੈ, ਪਰ ਸਿਧਾਂਤ ਪੱਲੇ ਨਹੀਂ ਪੈਂਦਾ ਹੈ, ਤਾਤ ਪਰਜ ਪੱਲੇ ਨਹੀਂ ਪੈਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਾਲਕ ਦਾ ਨਾਮ ਜਪਣਾ, ਸਿਮਰਨ ਕਰਨਾ, ਸਹਿਜੇ ਸਹਿਜੇ ਕਰਨਾ,
ਤੇ ਬੜੀ ਭਾਵਨਾ ਵਿੱਚ, ਸੁਭਾਏ ਭਾਵਨਾ ਵਿੱਚ, ਸ਼ਰਧਾ ਵਿੱਚ ਹੋ ਕੇ, ਭਾਵ ਕਿ ਜਿਤਨੀ ਬਾਣੀ ਪੜ੍ਹਨੀ ਹੈ ਧਿਆਨ ਨਾਲ ਪੜ੍ਹਨੀ ਹੈ, ਵਿਚਾਰ ਕੇ ਪੜ੍ਹਨੀ ਹੈ, ਸੋਧ ਕੇ ਪੜ੍ਹਨੀ ਹੈ, ਤਾਂ ਕਿ ਉਹ ਪੜ੍ਹੀ ਹੋਈ ਬਾਣੀ ਆਤਮਿਕ ਜੀਵਨ ਦਾ ਆਨੰਦ, ਆਤਮਿਕ ਜੀਵਨ ਦੀ ਅਡੋਲਤਾ ਸਾਨੂੰ ਬਖਸ਼ਿਸ਼ ਹੋ ਜਾਏ। ਸਭ ਕੁਛ ਤੇਰੇ ਨਾਲ ਹੈ, ਸਤਿਗੁਰ ਦੀਆ ਦਿਖਾਏ। ਪਾਤਸ਼ਾਹ ਕਹਿੰਦੇ ਭਲਿਆ ਸਭ ਕੁਛ ਤੇਰੇ ਨਾਲ ਹੈ, ਐ ਜੀਵ ਰੂਪੀ ਪਪੀਹੇ ਸਭ ਕੁਝ ਤੇਰੇ ਨਾਲ ਹੈ, ਤੇਰੇ ਪਾਸ ਹੈ। ਜਿਤਨੇ ਵੀ ਆਤਮਿਕ ਆਨੰਦ ਨੇ, ਆਤਮਿਕ ਅਡੋਲਤਾ ਹੈ, ਆਤਮਿਕ ਦੇ ਸੁੱਖ ਨੇ, ਇਹ ਸਾਰੇ ਤੇਰੇ ਨਾਲ ਨੇ, ਕਿਉਂਕਿ ਸਾਰੇ ਤੇ ਨਾਮ ਦੇ ਵਿੱਚ ਨੇ। ਪਰ ਪ੍ਰਾਪਤ ਕਿਸ ਨੂੰ ਹੁੰਦੇ ਨੇ, ਇਹ ਸਮਝ ਕਿਸ ਨੂੰ ਪੈਂਦੀ ਹੈ? ਜਿਸ ਨੂੰ ਗੁਰਦੇਵ ਪਾਤਸ਼ਾਹ ਸਤਿਗੁਰੂ ਜੀ ਦਿਖਾ ਦੇਣ, ਸਮਝਾ ਦੇਣ, ਸਤਿਗੁਰ ਦੀਆ ਦਿਖਾਏ। ਜਿਨ੍ਹਾਂ ਨੂੰ ਸਤਿਗੁਰੂ ਨੇ ਦਿਖਾ ਦਿੱਤਾ ਹੈ, ਇਹ ਸਮਝ ਪਾ ਦਿੱਤੀ। ਕਿਹੜੀ ਸਮਝ? ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ। ਭਲਿਆ ਜਿੰਨੇ ਵੀ ਫਲ ਚਾਹੁੰਦਾ ਹੈ ਨਾ, ਧਨ ਪਦਾਰਥ ਚਾਹੁੰਦਾ ਹੈ, ਲੋਕ ਪਰਲੋਕ ਦੇ ਸੁੱਖ ਚਾਹੁੰਦਾ ਹੈ, ਉਹ ਸਤਿਗੁਰੂ ਦੇ ਕੋਲ ਨੇ, ਉਹ ਪ੍ਰਭੂ ਦੇ ਕੋਲ ਨੇ। ਤੇ ਅਸੀਂ ਪ੍ਰਭੂ ਨੂੰ ਛੱਡ ਕੇ ਤੇ ਹੋਰ ਭਟਕਦੇ ਹਾਂ। ਇਸੇ ਲਈ ਜਗਿਆਸੂ ਨੇ ਬੇਨਤੀ ਕਰਨੀ, ਮਾਲਕ ਤੁਧਨੋਂ ਛੋੜ ਜਾਈਏ ਪ੍ਰਭ ਕੈ ਧਰ, ਆਨ ਨ ਬੀਆ ਤੇਰੀ ਸੰਸਰ। ਤੇਰੇ ਸਮਾਨ ਕੋਈ ਹੋਰ ਹੈ ਹੀ ਨਹੀਂ, ਤੇ ਤੇਰਾ ਦਰ ਛੱਡ ਕੇ ਅਸੀਂ ਕਿੱਥੇ ਜਾਣਾ? ਸਾਹਿਬੀ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਜਿਨੇ ਤੋਏ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਸਾਹਿਬੇ ਆਲਮ ਜੀ ਕਹਿੰਦੇ, ਜਿਸਨੇ ਤੈਨੂੰ ਧਿਆਇਆ ਹੈ ਨਾ, ਜਿਹਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ, ਉਹਨੇ ਵਡਿਆਈਆਂ ਸਤਕਾਰ ਪ੍ਰਾਪਤ ਕਰ ਲਏ। ਇੱਥੇ ਬਸ ਨਹੀਂ, ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ। ਧਨ ਪਦਾਰਥਾਂ ਨਾਲ ਘਰ ਭਰ ਜਾਂਦੇ ਨੇ, ਲੋਕ ਪਰਲੋਕ ਦੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਦੋਂ ਅਸੀਂ ਮਾਲਕ ਦੇ ਨਾਲ ਜੁੜਦੇ ਹਾਂ। ਇਸ ਲਈ ਪਾਤਸ਼ਾਹ ਸਭ ਕੁਝ ਤੇਰੇ ਕੋਲ ਹੈ। ਗੁਰੂ ਨੇ ਸਾਰੇ ਪਦਾਰਥ ਤੈਨੂੰ ਬਖਸ਼ਿਸ਼ ਕੀਤੇ ਨੇ, ਸਭ ਕੁਝ ਤੈਨੂੰ ਅੰਤਰ ਆਤਮਾ ਬਖਸ਼ਿਸ਼ ਕੀਤਾ ਹੈ। ਇੱਕ ਵਿਦਵਾਨ ਨੇ ਨਾ ਬੜੇ ਪਿਆਰੇ ਸ਼ਬਦ ਕਹੇ ਨੇ, ਉਹ ਕਹਿੰਦੇ ਨੇ, ਸਭ ਕੀ ਗਠੜੀ ਲਾਲ ਹੈ। ਸਾਰਿਆਂ ਦੇ ਕੋਲੇ ਨਾਮ ਰੂਪੀ ਲਾਲ ਹੈ। ਗਾਂਠ ਖੋਲ ਨਾ ਜਾਣਿਓ ਤਾਂ ਤੇ ਭਇਓ ਕੰਗਾਲ। ਇਹ ਜੀਵ ਕੰਗਾਲ ਕਿਉਂ ਨੇ? ਨਾਮ ਦੀ ਸਮਝ ਨਹੀਂ ਆਈ ਕਿ ਨਾਮ ਤੇ ਤੇਰੇ ਅੰਦਰ ਵਸ ਰਿਹਾ। ਭਲਿਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਪ ਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਘਟ ਬਸੈ ਨਿਰੰਤਰ। ਘਟ ਹੀ ਖੋਜੋ ਭਾਈ, ਆਪਣੇ ਅੰਦਰ ਖੋਜ ਕਰ। ਸਭ ਕਿਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਜਿਹੜਾ ਬਾਹਰ ਲੱਭਦਾ ਹੈ ਨਾ, ਉਹ ਭਰਮ ਭੁਲੇਖੇ ਦੇ ਵਿੱਚ ਪਿਆ। ਅੰਦਰ ਦੀ ਖੋਜ ਕਰ, ਅੰਦਰੋਂ ਲੱਭਣ ਦਾ ਯਤਨ ਕਰ। ਸਭ ਕੁਝ ਤੇਰੇ ਅੰਦਰ ਹੀ ਹੈ, ਪਰ ਉਸ ਨੂੰ ਪ੍ਰਾਪਤ ਹੋਵੇਗਾ ਜਿਸ ਨੂੰ ਸਤਿਗੁਰਾਂ ਨੇ ਸੋਝੀ ਦੇ ਦਿੱਤੀ, ਦਿਖਾ ਦਿੱਤਾ ਹੈ। ਆਪ ਪਛਾਣੇ ਪ੍ਰੀਤਮ ਮਿਲੈ, ਵੁੱਠਾ ਸ਼ਹਿਬਰ ਲਾਏ। ਜਿਹੜੇ ਆਪੇ ਦੀ ਪਛਾਣ ਕਰ ਲੈਂਦੇ ਨੇ, ਆਪੇ ਦੀ ਪੜਚੋਲ ਕਰ ਲੈਂਦੇ ਨੇ, ਆਪਣੇ ਦੀ ਵਿਚਾਰ ਕਰ ਲੈਂਦੇ ਨੇ। ਆਪ ਜੀ ਪੜ੍ਹਦੇ ਹੋ ਨਾ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ। ਸਤਿਗੁਰੂ ਪਾਤਸ਼ਾਹ ਕਹਿੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਐ ਬੰਦੇ, ਐ ਇਨਸਾਨ, ਰੋਜ਼ਾਨਾ ਆਪਣੇ ਆਪ ਦੀ ਖੋਜ ਕਰ, ਪੜਤਾਲ ਕਰ, ਵਿਚਾਰ ਕਰ, ਤੈਨੂੰ ਪਰੇਸ਼ਾਨੀ ਨਹੀਂ ਆਏਗੀ। ਜਿਹੜਾ ਆਪਣੀ ਜ਼ਿੰਦਗੀ ਦਾ ਹਿਸਾਬ ਕਿਤਾਬ ਰੱਖਦਾ ਹੈ ਨਾ, ਉਹ ਕਦੇ ਵੀ ਜਮਾਂ ਦੀ ਮਾਰ ਨਹੀਂ ਖਾਂਦਾ।
ਉਹ ਸ਼ਾਹੂਕਾਰ ਕਦੇ ਆਪਣੇ ਵਪਾਰ ਵਿੱਚ ਫੇਲ ਨਹੀਂ ਹੁੰਦਾ ਜਿਹੜਾ ਰੋਜ਼ਾਨਾ ਆਪਣੇ ਰੋਕੜ ਦਾ ਹਿਸਾਬ ਕਿਤਾਬ ਦੇਖਦਾ ਹੈ। ਮੈਂ ਕੀ ਅੱਜ ਕਮਾਇਆ ਹੈ ਤੇ ਕੀ ਅੱਜ ਵੇਚਿਆ ਹੈ, ਕੀ ਮੈਨੂੰ ਬਚਿਆ ਹੈ, ਕੀ ਮੇਰੀ ਬਾਕੀ ਹੈ। ਤੇ ਜੇ ਅਸੀਂ ਵੀ ਆਪਣੇ ਜੀਵਨ ਦੀ ਪ੍ਰਚਾਰ ਕਰੀਏ, ਆਪਣੇ ਜੀਵਨ ਦੀ ਵਿਚਾਰ ਕਰੀਏ, ਪੜਚੋਲ ਕਰੀਏ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਹੋ ਨਬੇਰ ਆਜ ਕੀ ਰਾਤੀ। ਆਪਣੀ ਜੀਵਨ ਦੀ ਵਿਚਾਰ ਕਰਨੀ ਹੈ, ਪੜਚੋਲ ਕਰਨੀ ਹੈ। ਆਪ ਪਛਾਣੇ ਪ੍ਰੀਤਮ ਮਿਲੇ। ਜਿਹੜੇ ਆਪੇ ਦੀ ਪੜਚੋਲ ਕਰਦੇ ਨੇ, ਪਛਾਣ ਕਰਦੇ ਨੇ, ਉਹਨਾਂ ਨੂੰ ਪ੍ਰਮਾਤਮਾ ਦੀ ਮਿਲਾਪ ਹੋ ਜਾਂਦਾ। ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਦੇ ਪਾਸ ਕੁਝ ਸਿੱਖ ਆਏ, ਆ ਕੇ ਬੇਨਤੀ ਕੀਤੀ, ਸਾਹਿਬ ਜੀ ਅਸੀਂ ਗ੍ਰਸਤੀ ਜਾਂ ਕਾਰੋਬਾਰ ਕਰਨ ਵਾਲੇ ਹਾਂ, ਪਰਿਵਾਰ ਵਾਲੇ ਹਾਂ, ਤੇ ਆਪ ਜੀ ਕਿਰਪਾ ਕਰੋ ਕਿ ਸਾਡਾ ਜੀਵਨ ਸਫਲ ਹੋ ਜਾਏ, ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਲਈਏ, ਜੀਵਨ ਮੁਕਤ ਹੋ ਜਾਈਏ। ਤੇ ਪਤਾ ਸਾਹਿਬਾਂ ਨੇ ਕੀ ਬਚਨ ਕਹੇ ਸਨ? ਕਹਿਣ ਲੱਗੇ, ਸਿੱਖੋ ਰੋਜ਼ਾਨਾ ਆ ਕੇ ਗੁਰੂ ਘਰ ਦੇ ਵਿੱਚ ਆਪੇ ਦੀ ਪੜਚੋਲ ਕਰਨੀ ਹੈ। ਆਪ ਜੀ ਬੈਠਦੇ ਹੋ ਨਾ ਗੁਰੂ ਦੀ ਹਜ਼ੂਰੀ ਦੇ ਵਿੱਚ, ਆ ਕੇ ਅਰਦਾਸ ਕਰਦੇ ਹੋ, ਅਰਦਾਸ ਕਰਕੇ ਜਾਂ ਬੈਠ ਜਾਂਦੇ ਹੋ, ਤੇ ਬੈਠੇ ਬੈਠੇ 1-2 ਮਿੰਟ ਆਪਣੀ ਪੜਚੋਲ ਕਰ ਲਿਆ ਕਰੋ ਕਿ ਅੱਜ ਮੈਂ ਕੀ ਕੀਤਾ ਤੇ ਕੀ ਕਰਨਾ ਚਾਹੀਦਾ ਸੀ, ਕੀ ਕਰਨ ਯੋਗ ਸੀ, ਜਿਹੜਾ ਮੈਂ ਨਹੀਂ ਕੀਤਾ। ਕਿੰਨੇ ਕੁ ਮੇਥੋਂ ਗੁਨਾਹ ਹੋ ਗਏ, ਕਿੰਨੇ ਕੁ ਮੈਂ ਪਰਉਪਕਾਰ ਕੀਤੇ ਨੇ, ਤੇ ਜ਼ਿੰਦਗੀ ਸਫਲ ਹੋ ਜਾਏਗੀ। ਕਿਉਂਕਿ ਜਦੋਂ ਮਨੁੱਖ ਪੜਚੋਲ ਕਰਦਾ ਹੈ ਨਾ, ਔਗਣ ਘਟ ਜਾਂਦੇ ਨੇ, ਗੁਣ ਵੱਧ ਜਾਂਦੇ ਨੇ। ਇੱਕ ਦਿਨ ਐਸਾ ਹੁੰਦਾ ਹੈ ਔਗਣ ਖਤਮ ਹੋ ਜਾਂਦੇ ਨੇ ਤੇ ਸਾਰੇ ਗੁਣਾਂ ਦੀ ਭਰਪੂਰਤਾ ਹੋ ਜਾਂਦੀ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਤਾਂ ਪ੍ਰੀਤਮ ਮਿਲੇ। ਆਪੇ ਦੀ ਪੜਚੋਲ ਕਰਨ ਕਰਕੇ ਪ੍ਰਮਾਤਮਾ ਦੀ ਪ੍ਰੀਤਮ ਦੀ ਅਭੇਦਤਾ ਮਿਲ ਜਾਂਦੀ ਹੈ, ਅਡੋਲਤਾ ਮਿਲ ਜਾਂਦੀ ਹੈ। ਫਿਰ ਕੀ ਹੁੰਦਾ? ਕਹਿੰਦੇ ਮੁੱਠਾ ਸ਼ਹਿਬਰ ਲਾਏ। ਉਹ ਮਾਲਕ ਨਾ ਫਿਰ ਮੁੱਠਾ ਪ੍ਰਸੰਨ ਹੋ ਜਾਂਦਾ ਹੈ, ਆਨੰਦਿਤ ਹੋ ਜਾਂਦਾ ਹੈ ਜੀਵ ਦੇ ਉੱਤੇ, ਤੇ ਨਾਮ ਦੀ ਉਹ ਸ਼ਹਿਬਰ ਲਾ ਦਿੰਦਾ ਹੈ, ਨਾਮ ਦੀ ਬਰਸਾਤ ਕਰ ਦਿੰਦਾ ਹੈ। ਸ਼ਹਿਬਰ ਹੁੰਦਾ ਇੱਕ ਰਸ, ਹੌਲੀ 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 ਮੀਂਹ ਪੈਣਾ। ਸ਼ਹਿਬਰ ਝੜੀ ਲਾ ਕੇ ਮੀਂਹ ਬਰਸਣਾ, ਤੇ ਜਦੋਂ ਝੜੀ ਲਾ ਕੇ ਮੀਂਹ ਬਰਸਦਾ ਹੈ ਨਾ, ਉਹਦੀਆਂ ਕਣੀਆਂ ਫਿਰ ਧਰਤੀ ਵਿੱਚ ਜਜ਼ਬ ਹੁੰਦੀਆਂ ਨੇ, ਮੋਲੇ ਧਾਰ ਬਰਸਾਤ ਹੁੰਦੀ ਹੈ। ਉਹ ਟਿੱਬਿਆਂ ਤੋਂ ਪਾਣੀ, ਉੱਚੀਆਂ ਥਾਵਾਂ ਤੋਂ ਪਾਣੀ ਨੀਵਿਆਂ 'ਚ ਚਲੇ ਜਾਂਦਾ ਹੈ। ਉੱਚੇ ਸੁੱਕੇ ਰਹਿੰਦੇ ਨੇ ਤੇ ਨੀਵੇਂ ਉਂਝ ਗਲ ਜਾਂਦੇ ਨੇ। ਪਰ ਜਦੋਂ ਕਿਤੇ ਹੋਵੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਜਦੋਂ ਚਿਮ ਚਿਮ ਕਰਕੇ ਅੰਮ੍ਰਿਤ ਦੀ ਧਾਰ ਵਰਸਦੀ ਹੈ ਤੇ ਮਨ ਉਸ ਨੂੰ ਗ੍ਰਹਿਣ ਕਰਦਾ ਹੈ ਨਾ, ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਮਹਾਕਵੀ ਸੰਤੋਖ ਸਿੰਘ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ। ਉਹ ਕਹਿੰਦੇ, ਥਿਮਕ ਤੇ ਥਿਮਕ ਬੂੰਦੀ ਜੋ ਪਰਹੀ, ਤੇ ਅਵਨੀ ਆਪਣੇ ਮੈਂ ਜਰਹੀ। ਕਹਿੰਦੀ ਜਦੋਂ ਥਿਮਕ ਥਿਮਕ, ਥੋੜੀਆਂ ਥੋੜੀਆਂ, ਨਿੱਕੀਆਂ ਨਿੱਕੀਆਂ ਇੱਕ ਰਸ ਪਾਣੀ ਦੀਆਂ ਬੂੰਦਾਂ ਧਰਤੀ ਤੇ ਪੈਂਦੀਆਂ ਨੇ, ਧਰਤੀ ਉਸ ਪਾਣੀ ਨੂੰ ਜਜ਼ਬ ਕਰੀ ਜਾਂਦੀ ਹੈ ਤੇ ਉਹਦਾ ਸਾਰਾ ਸੋਕਾ ਹੀ ਨਿਕਲ ਜਾਂਦਾ ਹੈ। ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਰਹਿਮਤ ਦੇ ਘਰ ਵਿੱਚ ਆਉਂਦਾ ਹੈ, ਗੁਰੂ ਤਰੁੱਠਦਾ ਹੈ, ਗੁਰੂ ਪ੍ਰਸੰਨਤਾ ਵਿੱਚ ਹੁੰਦਾ ਹੈ, ਫਿਰ ਉਹ ਨਾਮ ਦੀ ਬਰਸਾਤ ਕਰ ਦਿੰਦਾ ਹੈ। ਤੇ ਜਦੋਂ ਨਾਮ ਦੀ ਬਰਸਾਤ ਹੋ ਜਾਏ ਨਾ, ਅੰਦਰ ਜਿਹੜਾ ਆਸਾ ਤ੍ਰਿਸ਼ਨਾ ਵਿਸ਼ਿਆਂ ਵਿਕਾਰਾਂ ਦਾ ਸੜਿਆ ਹੋਇਆ ਹੈ, ਉਹ ਹਰਿਆ ਭਰਿਆ ਹੋ ਜਾਂਦਾ ਹੈ। ਤੇ ਜੇ ਅੰਮ੍ਰਿਤ ਦੇ ਨਾਮ ਦੀ ਬਰਸਾਤ ਹੀ ਨਾ ਹੋਵੇ, ਤੇ ਕਹਿੰਦੇ ਸੁੱਕੇ ਸੜੇ ਹਿਰਦੇ ਬੀਆਬਾਨ ਰਹਿੰਦੇ। ਜਿੱਥੇ ਅੰਮ੍ਰਿਤ ਦੇ ਨਾਮ ਦੀ ਨਾ ਹੋਏ ਵਰਖਾ, ਸੁੱਕੇ ਸੜੇ ਹਿਰਦੇ ਬੀਆਬਾਨ ਰਹਿੰਦੇ। ਜਿੱਥੇ ਪ੍ਰਮਾਤਮਾ ਦੇ ਨਾਮ ਦੀ ਬਰਸਾਤ ਨਹੀਂ ਨਾ, ਉਹ ਤਾਂ ਹਿਰਦੇ ਸੁੱਕੇ ਸੜੇ ਬੀਆਬਾਨ ਜੰਗਲ ਬਣ ਜਾਂਦੇ ਨੇ। ਉਹਨਾਂ ਵਿੱਚ ਸਰਕੰਡੇ ਤੋਂ ਭਾਵ ਵਿਸ਼ੇ ਵਿਕਾਰ ਉੱਗ ਪੈਂਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਹ ਬਖਸ਼ਿਸ਼ ਕਰਕੇ ਜਗਿਆਸੂ ਦੇ ਉੱਤੇ, ਜਗਿਆਸੂ ਰੂਪੀ ਪਪੀਹੇ ਦੇ ਉੱਤੇ
ਇਹ ਸਵੰਤੀ ਬੂੰਦ ਦੀ ਬਰਸਾਤ ਕਰ ਦਿੰਦਾ ਹੈ। ਝਿਮ ਝਿਮ ਅੰਮ੍ਰਿਤ ਵਰਸਦਾ ਤਿਸਨਾ ਭੁੱਖ ਸਭ ਜਾਏ। ਤੇ ਜਿਵੇਂ ਝਿਮ ਝਿਮ ਸਹਿਜੇ ਸਹਿਜੇ ਅੰਮ੍ਰਿਤ ਬਰਸਦਾ, ਨਾਮ ਦਾ ਅੰਮ੍ਰਿਤ ਬਰਸਦਾ ਹੈ ਨਾ, ਫਿਰ ਤ੍ਰਿਸ਼ਨਾ ਦੀ ਸਾਰੀ ਭੁੱਖ ਚਲੀ ਜਾਂਦੀ ਹੈ, ਕਿਉਂਕਿ ਤ੍ਰਿਸ਼ਨਾ ਬੂਝੈ ਹਰਿ ਕੈ ਨਾਮ। ਤ੍ਰਿਸ਼ਨਾ ਪਦਾਰਥਾਂ ਨਾਲ ਨਹੀਂ ਬੁਝਦੀ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਕੋਟ ਜੋਰੈ ਲੱਖ ਕਰੋੜੈ ਮਨ ਨਾ ਹੋਰੈ ਪਰੈ, ਪਰੈ ਹੀ ਕੋ ਲੁੱਝੀ ਹੈ। ਜੇ ਕੋਈ ਮਨੁੱਖ ਕਵੇ ਨਾ ਕਿ ਪਦਾਰਥਾਂ ਨਾਲ ਮੇਰੀ ਤ੍ਰਿਸ਼ਨਾ ਬੁਝ ਜਾਏ, ਸਾਰੀ ਦੁਨੀਆ ਦੇ ਪਦਾਰਥ ਮੇਰੇ ਕੋਲੇ ਆ ਜਾਣ ਤੇ ਮੇਰੀ ਤ੍ਰਿਸ਼ਨਾ ਖਤਮ ਹੋ ਜਾਏਗੀ, ਸਾਹਿਬ ਕਹਿੰਦੇ ਨੇ ਤ੍ਰਿਸ਼ਨਾ ਨਹੀਂ ਬੁਝਣੀ, ਕਿਉਂਕਿ ਤ੍ਰਿਸ਼ਨਾ ਤੇ ਹੋਰ ਵੱਧਦੀ ਜਾਂਦੀ ਹੈ, ਹੋਰ ਵੱਧਦੀ ਜਾਂਦੀ ਹੈ। ਦਰਅਸਲ ਨਾ ਮਨੁੱਖ ਦਾ ਪਰਿਵਾਰ ਸਾਥ ਛੱਡ ਜਾਂਦਾ ਹੈ, ਸੱਜਣ ਮਿੱਤਰ ਯਾਰ ਛੱਡ ਜਾਂਦੇ ਨੇ, ਪਦਾਰਥ ਛੱਡ ਜਾਂਦੇ ਨੇ, ਇਥੋਂ ਤੱਕ ਕਿ ਮਨੁੱਖ ਦੀਆਂ ਇੰਦਰੀਆਂ ਵੀ ਇਸ ਦਾ ਸਾਥ ਛੱਡ ਜਾਂਦੀਆਂ ਨੇ। ਅੱਖਾਂ ਨੇ ਸਾਥ ਤਿਆਗ ਦਿੱਤਾ, ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਹੱਥ ਹਿੱਲਣ ਲੱਗ ਪੈਂਦੇ ਨੇ, ਪੈਰ ਡਗਮਗਾ ਜਾਂਦੇ ਨੇ, ਸਾਰੀਆਂ ਇੰਦਰੀਆਂ ਜੀਵ ਦਾ ਸਾਥ ਛੱਡ ਦਿੰਦੀਆਂ ਨੇ, ਪਰ ਤ੍ਰਿਸ਼ਨਾ ਫਿਰ ਵੀ ਇਹਦਾ ਸਾਥ ਨਹੀਂ ਛੱਡਦੀ ਹੈ। ਤ੍ਰਿਸ਼ਨਾ ਅਖੀਰਲੇ ਦਮ ਤੱਕ ਇਸ ਦੇ ਨਾਲ ਰਹਿੰਦੀ ਹੈ। ਇਸ ਕਰਕੇ ਭਰਥਰੀ ਜੀ ਨੇ ਕਹਿ ਦਿੱਤਾ ਕਿ ਆਹੇ ਪਲੰਗਮ ਹੇ ਤ੍ਰਿਸ਼ਨੇ ਤੂੰ ਹੀ ਮਮ ਸੰਗ ਰਹੀ ਦਿਨ ਰਾਤੀ। ਕਹਿੰਦੇ ਹੇ ਤ੍ਰਿਸ਼ਨਾ ਤੂੰ ਹਮੇਸ਼ਾ ਦਿਨ ਤੇ ਰਾਤ ਮੇਰੇ ਨਾਲ ਰਹੀ ਹੈ, ਤੂੰ ਤਾਂ ਮੈਨੂੰ ਜੱਫੀ ਪਾ ਕੇ ਰੱਖੀ ਹੈ, ਮੇਰੇ ਨਾਲ ਜੁੜੀ ਰਹੀ ਹੈ, ਬਾਕੀ ਸਾਰੇ ਤਿਆਗ ਗਏ ਨੇ। ਤੇ ਜਦੋਂ ਨਾਮ ਦੀ ਬਰਸਾਤ ਹੋ ਜਾਏ, ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਚਿਮ ਚਿਮ ਕਰਕੇ ਅੰਮ੍ਰਿਤ ਦੀ ਧਾਰ ਵਰਸਦੀ ਹੈ ਨਾ, ਤ੍ਰਿਸ਼ਨਾ ਭੁੱਖ ਸਭ ਜਾਏ। ਫਿਰ ਪਦਾਰਥਾਂ ਦੀ ਤ੍ਰਿਸ਼ਨਾ ਦੀ ਸਾਰੀ ਭੁੱਖ ਚਲੀ ਜਾਂਦੀ, ਖਤਮ ਹੋ ਜਾਂਦੀ ਹੈ। ਊਕ ਪੁਕਾਰ ਨਾ ਹੋਵਈ ਜੋਤੀ ਜੋਤ ਮਿਲਾਏ। ਐਸੀ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਮਾਇਆ ਦੇ ਪਦਾਰਥਾਂ ਦੀ ਜਿਹੜੀ ਕੂਕ ਪੁਕਾਰ ਹੈ, ਹਾਏ ਮਾਇਆ ਕਰਦਾ ਮਨੁੱਖ, ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੋਹੇ। ਜਿਹੜੇ ਪਦਾਰਥ ਮਨੁੱਖ, ਹਾਏ ਮੇਰਾ ਪਰਿਵਾਰ, ਹਾਏ ਕਾਰੋਬਾਰ, ਹਾਏ ਮਾਇਆ, ਇਹ ਸਾਰੀ ਕੂਕ ਪੁਕਾਰ ਨਾ ਹੋਵਈ। ਨਾਮ ਦੀ ਬਰਸਾਤ ਹੋਣ ਕਰਕੇ ਕੂਕ ਪੁਕਾਰ, ਰੌਲਾ ਗੌਲਾ, ਰੌਲਾ ਰੱਪਾ ਸਾਰਾ ਮਿਟ ਜਾਂਦਾ ਹੈ। ਤੇ ਜਦੋਂ ਮਾਇਆ ਦਾ ਰੌਲਾ ਹੀ ਮਿਟ ਗਿਆ, ਫਿਰ ਇਹ ਜੀਵ ਬ੍ਰਹਮ ਦਾ ਅੰਸ਼ ਬਣ ਜਾਂਦਾ ਹੈ। ਫਿਰ ਜੀਵ ਤੇ ਆਤਮਾ ਦੀ ਅਭੇਦਤਾ ਹੋ ਜਾਂਦੀ ਹੈ, ਜੀਵ ਤੇ ਬ੍ਰਹਮ ਦਾ ਮਿਲਾਪ ਹੋ ਜਾਂਦਾ ਹੈ। ਫਿਰ ਕੀ ਹੁੰਦਾ? ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਰਾਮ ਦੀ ਅੰਸ਼ ਹੈ ਤੇ ਰਾਮ ਦੇ ਵਿੱਚ ਹੀ ਅਭੇਦ ਹੋ ਜਾਂਦੀ ਹੈ। ਜੋਤੀ ਜੋਤ ਮਿਲਾਏ, ਬ੍ਰਹਮ ਦੀ ਜੋਤ ਵਿੱਚ ਜੀਵ ਦੀ ਜੋਤੀ ਮਿਲ ਜਾਂਦੀ ਹੈ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਫਿਰ ਤੇ ਸੰਪੂਰਨ ਹੋ ਗਿਆ। ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ, ਜਿਹਦੇ ਵਾਸਤੇ ਘਾਲਣਾ ਘਾਲੀਆਂ ਸੀ, ਉਹ ਘਾਲਣਾ ਦਾ ਸਦਕਾ ਨਾਮ ਦੀ ਬਰਸਾਤ ਹੋਈ, ਫਿਰ ਜੋਤੀ ਦੇ ਵਿੱਚ ਜੋਤ ਮਿਲ ਗਈ। ਜਦੋਂ ਪਾਣੀ ਦੀਆਂ ਲਹਿਰਾਂ ਪਾਣੀ ਦਾ ਰੂਪ ਹੋ ਜਾਣ, ਪਾਣੀ ਦਾ ਬੁਲਬੁਲਾ ਪਾਣੀ ਦੇ ਵਿੱਚ ਅਭੇਦ ਹੋ ਜਾਏ, ਫਿਰ ਕੋਈ ਕਹਿ ਨਹੀਂ ਸਕਦਾ ਕਿ ਪਾਣੀ ਵੱਖਰਾ ਹੈ ਤੇ ਲਹਿਰਾਂ ਵੱਖਰੀਆਂ ਨੇ, ਪਾਣੀ ਵੱਖਰਾ ਹੈ ਤੇ ਬੁਲਬੁਲੇ ਵੱਖਰੇ ਨੇ, ਫਿਰ ਤੇ ਸਾਰਾ ਪਾਣੀ ਹੈ। ਇਸੇ ਲਈ ਸਭ ਕਹਿੰਦੇ ਫਿਰ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤੇ ਸਾਰੇ ਗੋਬਿੰਦ ਹੀ ਦਿਸਦੇ ਨੇ, ਨਾ ਕੋਈ ਖੱਤਰੀ, ਨਾ ਕੋਈ ਮੁਸਲਮਾਨ, ਨਾ ਕੋਈ ਵੈਸ਼, ਨਾ ਕੋਈ ਸ਼ੂਦਰ, ਨਾ ਕੋਈ ਸਿੱਖ, ਨਾ ਕੋਈ ਈਸਾਈ। ਫਿਰ ਤੇ ਸਾਰਾ ਹੀ ਬ੍ਰਹਮ ਦਿਸਦਾ ਹੈ, ਫਿਰ ਤੇ ਸਾਰਿਆਂ ਵਿੱਚ ਨਿਰੰਕਾਰ ਦਿਸਦਾ ਹੈ, ਫਿਰ ਤੇ ਸਾਰਿਆਂ ਵਿੱਚ ਉਸ ਨਾਮ ਦੀ
ਚੇਤਨ ਸੱਤਾ ਕਰਕੇ ਸਾਰੇ ਬ੍ਰਹਮ ਦੀ ਅੰਸ਼ ਦਿਖਦੇ ਨੇ। ਨਾਨਕ ਸੁਖ ਸਵਨ ਸੁਹਾਗਣੀ ਸੱਚਾ ਨਾਮ ਸਮਾਏ। ਇਸ ਲਈ ਸਾਹਿਬ ਕਹਿੰਦੇ ਨਾਨਕ ਹੈ ਨਾਨਕ ਸੁਖ ਸਵਨ ਸੁਹਾਗਣੀ, ਉਹ ਸੁਹਾਗਵੰਤੀਆਂ ਜੀਵ ਰੂਪੀ ਇਸਤਰੀਆਂ ਸੁਖ ਦੇ ਵਿੱਚ ਸੌਂਦੀਆਂ ਨੇ, ਸੁਖ ਦੇ ਵਿੱਚ ਭਾਵ ਕੇ ਅਭੇਦ ਹੋ ਜਾਂਦੀਆਂ ਨੇ, ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਬ੍ਰਹਮ ਦੀ ਲਖਤਾ ਦਾ ਭੇਦ ਜਾਣ ਲੈਂਦੀਆਂ ਨੇ। ਤੇ ਇਸ ਲਈ ਸੱਚਾ ਨਾਮ ਸਮਾਏ, ਸੱਚੇ ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ, ਸੱਚੇ ਨਾਮ ਦੀ ਅਭੇਦਤਾ ਹੋ ਜਾਂਦੀ ਹੈ, ਆਤਮਿਕ ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ, ਆਤਮਿਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ। ਗੁਰਹੁ ਕਸਮ ਭੇਜਿਆ ਸੱਚਾ ਹੁਕਮ ਪਠਾਏ। ਅਗਲੇ ਪਾਵਨ ਪਵਿੱਤਰ ਸ਼ਲੋਕ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਉਸ ਮਾਲਕ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਨਦਰੇ ਅਨਾਇਤ ਕੀਤੀ ਤੇ ਤੁਰਹੋਂ ਖਸਮ ਭੇਜਿਆ। ਉਹ ਖਸਮ ਮਾਲਕ ਪ੍ਰਭੂ ਨਿਰੰਕਾਰ ਨੇ ਧੁਰ ਦਰਗਾਹ ਤੋਂ ਹੀ ਆਪਣੇ ਹੁਕਮ ਦੇ ਨਾਲ ਭੇਜ ਦਿੱਤਾ ਹੈ। ਪ੍ਰਭੂ ਨੇ ਕਿਰਪਾ ਕਰ ਦਿੱਤੀ, ਗੁਰੂ ਨੂੰ ਭੇਜ ਦਿੱਤਾ, ਕਹਿ ਲੋ ਬੱਦਲ ਨੂੰ ਭੇਜ ਦਿੱਤਾ ਹੈ। ਕੀ ਹੋਇਆ ਫਿਰ? ਕਹਿੰਦੇ ਨੇ ਗੁਰੂ ਪਾਤਸ਼ਾਹ ਜੀ ਸੱਚੇ ਹੁਕਮ ਪਠਾਏ। ਉਸ ਮਾਲਕ ਨੇ ਸੱਚਾ ਹੁਕਮ ਦੇ ਕੇ ਪਠਾਏ ਤੋਂ ਕਹਿੰਦੇ ਭੇਜਣਾ, ਤੋਰ ਦੇਣਾ, ਭੇਜ ਦੇਣਾ। ਉਸ ਮਾਲਕ ਨੇ ਆਪ ਹੁਕਮ ਦੇ ਕੇ ਸੱਚੇ ਪਾਤਸ਼ਾਹ ਨੇ ਜਗਿਆਸੂ ਨੂੰ ਤਾਰਨ ਵਾਸਤੇ ਸਾਨੂੰ ਪਾਵਨ ਉਪਦੇਸ਼, ਗੁਰੂ ਬਖਸ਼ਿਸ਼ ਕਰਕੇ ਭੇਜ ਦਿੱਤਾ ਹੈ। ਇੰਦ ਵਰਸਾ ਦਇਆ ਕਰ ਗੂੜੀ ਸ਼ਹਬਰ ਲਾਏ। ਫਿਰ ਕਹਿੰਦੇ ਇੰਦ ਵਰਸੈ ਦਇਆ ਕਰ। ਇੰਦਰ ਫਿਰ ਦਇਆ ਕਰਕੇ ਵਰਸਦਾ। ਇੰਦਰ ਤੋਂ ਭਾਵ ਬੱਦਲ, ਕਿਉਂਕਿ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ ਸਾਰੀ ਖੇਡ ਵਰਤਦੀ। ਇੰਦਰ ਦੇਵਤਾ ਮੰਨਿਆ ਗਿਆ ਇਤਿਹਾਸ ਦੇ ਵਿੱਚ, ਗੁਰਬਾਣੀ ਵਿੱਚ ਵੀ ਸਤਿਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ। ਸਹੰਸਰਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਇਹ ਸਾਰੇ ਪਾਵਨ ਬਚਨ ਕਹੇ ਨੇ। ਕਹਿ ਲੋ ਕਿ ਇਹ ਇੰਦਰ ਤੋਂ ਭਾਵ ਬੱਦਲ ਪਰਮਾਤਮਾ ਨੇ ਭੇਜਿਆ, ਜਿਸ ਕੈ ਹੁਕਮ ਪਠਾਇਆ। ਇਸ ਮੇਘੈ ਵਸ ਕਿਛ ਨਾਹੀਂ, ਇਸ ਬੱਦਲ ਦੇ ਵਸ ਵਿੱਚ ਕੁਝ ਨਹੀਂ, ਬੱਦਲ ਵੀ ਉਸ ਮਾਲਕ ਦੇ ਅਧੀਨ ਹੈ, ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਇਸ ਮਾਲਕ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇੰਦ ਵਰਸਦਾ, ਇਹ ਬੱਦਲ ਵਰਸਦਾ ਉਸ ਮਾਲਕ ਦੇ ਹੁਕਮ ਦੇ ਵਿੱਚ ਦਇਆ ਕਰਕੇ। ਗੂੜੀ ਸ਼ਹਿਬਰ ਲਾਏ, ਜਦੋਂ ਉਸ ਮਾਲਕ ਨੇ ਦਇਆ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਇਹ ਇੰਦਰ ਰੂਪੀ ਬੱਦਲ ਨੂੰ ਭੇਜ ਦਿੱਤਾ। ਕਹਿੰਦੇ ਫਿਰ ਗੂੜੀ ਸ਼ਹਿਬਰ ਲਾਏ। ਸ਼ਹਿਬਰ ਲਾ ਕੇ ਇੱਕ ਰਸ ਬਰਸਾਤ ਹੁੰਦੀ ਹੈ, ਗੂੜੀ ਬਰਸਾਤ ਹੁੰਦੀ ਹੈ, ਫਿਰ ਸਾਰੇ ਬਰਸਾਤ ਹੋ ਜਾਂਦੀ ਹੈ। ਜਿਵੇਂ ਸਿਆਲ ਦੇ ਵਿੱਚ ਵਿਸ਼ੇਸ਼ ਕਰਕੇ ਬਰਸਾਤ ਹੁੰਦੀ ਹੈ ਨਾ, ਤੇ ਉਹ ਦੂਰ ਦੂਰ ਤੱਕ ਕਈ ਸਟੇਟਾਂ ਦੇ ਵਿੱਚ ਬਰਸਾਤ ਹੋ ਜਾਂਦੀ ਹੈ। ਪਰ ਜਦੋਂ ਭਾਦਰੋਂ ਦੇ ਵਿੱਚ ਬੱਦਲ ਵਰਸਦਾ ਹੈ ਤੇ ਜੱਟ ਕਹਿੰਦੇ ਵੱਟ ਨਾਲ ਵੱਟ ਹੀ ਛੱਡ ਜਾਂਦਾ ਹੈ। ਇਸ ਕਰਕੇ ਜਦੋਂ ਗੁਰੂ ਬਖਸ਼ਿਸ਼ ਕਰਦਾ ਹੈ, ਮਾਲਕ ਰਹਿਮਤ ਕਰਦਾ ਹੈ, ਤੇ ਮਾਲਕ ਦੀ ਬਰਸਾਤ ਐਸੀ ਹੁੰਦੀ ਹੈ, ਉਹ ਹਰ ਇੱਕ ਦੇ ਉੱਤੇ ਵਰਸਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸਾਰਿਆਂ ਤੇ ਉਹਦੀ ਬਰਸਾਤ ਹੋ ਜਾਂਦੀ ਹੈ। ਉਹ ਨਹੀਂ ਦੇਖਦਾ ਅਮੀਰ ਹੈ ਗਰੀਬ ਹੈ, ਇਹ ਸਿੱਖ ਹੈ ਈਸਾਈ ਹੈ ਖੱਤਰੀ ਹੈ ਬ੍ਰਾਹਮਣ ਹੈ, ਨਹੀਂ। ਉਹਦੀ ਬਖਸ਼ਿਸ਼ ਤੇ ਸਾਰਿਆਂ ਤੇ ਰਹਿਮਤ ਹੁੰਦੀ ਹੈ, ਕਿਰਪਾ ਹੁੰਦੀ ਹੈ। ਅਬੀਹੇ ਤਨ ਮਨ ਸੁਖ ਹੋਏ, ਜਾਂ ਤਤ ਬੂੰਦ ਮੋਹਿ ਪਾਏ। ਐਬ ਬੀਹੇ ਹੈ ਜਗਿਆਸੂ, ਹੇ ਭਾਈ ਤਨ ਮਨ ਸੁਖ ਹੋਏ। ਉਹਦੇ ਤਨ ਵਿੱਚ, ਉਹਦੇ ਮਨ ਵਿੱਚ ਸੁਖ ਹੋਏ, ਸੁਖ ਹੋ ਜਾਂਦਾ ਹੈ, ਸੁਖ ਵਸ ਜਾਂਦਾ ਹੈ, ਸੁਖ ਟਿਕ ਜਾਂਦਾ ਹੈ, ਇਕਾਗਰਤਾ ਹੋ ਜਾਂਦੀ ਹੈ, ਭੱਜਣ ਨੱਸਣ ਖਤਮ ਹੋ ਜਾਂਦਾ ਹੈ, ਇਕਾਗਰਤਾ ਬਣ ਜਾਂਦੀ ਹੈ। ਕਦੋਂ ਬਣਦੀ ਹੈ?
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਤ ਬੂੰਦ ਮੋਹਿ ਪਾਏ। ਜਦੋਂ ਨਾਮ ਦੀ ਸਿਧਾਂਤ ਦੀ ਬੂੰਦ, ਨਾਮ ਸਿਮਰਨ ਦੀ ਬੂੰਦ, ਬਾਣੀ ਦੀ ਬੂੰਦ ਇਹਦੇ ਆਤਮਾ ਰੂਪੀ ਮੁਖ ਦੇ ਵਿੱਚ ਪੈ ਜਾਂਦੀ ਹੈ। ਜਦੋਂ ਪਪੀਹੇ ਦੇ ਮੁਖ ਵਿੱਚ ਬੂੰਦ ਪੈਂਦੀ ਹੈ ਨਾ, ਪਪੀਹਾ ਜਦੋਂ ਬੋਲਦਾ ਪ੍ਰਿਓ ਪ੍ਰਿਓ ਚਵੇ ਬਬੀਹਾ, ਜਦ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਚਾਤਰਿਕ ਚਿਤਵਤ ਬਰਸਤ ਮੇ, ਚਾਤਰਿਕ ਹਮੇਸ਼ਾ ਹੀ ਚਿਤਵਦਾ ਰਹਿੰਦਾ ਹੈ, ਸੋਚਦਾ ਰਹਿੰਦਾ ਹੈ ਕਿ ਬਰਸਾਤ ਹੋਵੇ। ਚਾਤਰਿਕ ਵੀ ਪਪੀਹੇ ਨੂੰ ਕਿਹਾ ਗਿਆ, ਉਹ ਉੱਪਰ ਨੂੰ ਮੂੰਹ ਕਰਕੇ ਆਪਣੀ ਚੁੰਝ ਖੋਲ ਕੇ ਬੋਲਦਾ ਰਹਿੰਦਾ ਹੈ, ਬੋਲਦਾ ਰਹਿੰਦਾ ਹੈ। ਜਦੋਂ ਸਵੰਤੀ ਦੀ ਬੂੰਦ ਉਹਦੇ ਮੂੰਹ ਵਿੱਚ ਡਿੱਗਦੀ ਹੈ, ਅੰਦਰ ਚਲੀ ਜਾਂਦੀ ਹੈ, ਫਿਰ ਉਹਦੀ ਪਿਆਸ ਖਤਮ ਹੋ ਜਾਂਦੀ ਹੈ, ਉਹ ਪਿਆਸ ਬੁਝ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਜਗਿਆਸੂ ਦੇ ਮੁਖ ਵਿੱਚ, ਅੰਤਸ਼ਕਰਨ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਬੂੰਦ ਡਿੱਗਦੀ ਹੈ ਨਾ, ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਫਿਰ ਜਨਮ ਜਨਮਾਤਰਾਂ ਦੀ ਪਿਆਸ ਮਿਟ ਜਾਂਦੀ ਹੈ, ਆਸਾ ਤ੍ਰਿਸ਼ਨਾ ਮਿਟ ਜਾਂਦੀਆਂ ਨੇ, ਭੁੱਖ ਪਿਆਸ ਮਿਟ ਜਾਂਦੀ ਹੈ। ਤਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ। ਬਰਸਾਤ ਦੀ ਕੀ ਨਿਸ਼ਾਨੀ ਹੈ? ਜਦੋਂ ਬਰਸਾਤ ਹੁੰਦੀ ਹੈ ਨਾ ਤੇ ਮੇਘੈ ਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ, ਜਦੋਂ ਉਹ ਕਿਰਪਾ ਧਾਰ ਕਰਕੇ ਵਸਦਾ ਹੈ ਨਾ, ਬਰਸਾਤ ਵਸਦੀ ਹੈ, ਫਿਰ ਧਰਤੀ ਤੇ ਹਰਿਆਵਲਤਾ ਹੋ ਜਾਂਦੀ ਹੈ। ਉੱਚੀਆਂ ਨੀਵੀਆਂ ਥਾਵਾਂ ਤੇ ਵੀ ਹਰਿਆਵਲਤਾ ਹੋ ਜਾਂਦੀ ਹੈ। ਪਹਾੜਾਂ ਦੀਆਂ ਉੱਪਰਲੀਆਂ ਚੋਟੀਆਂ ਦੇ ਉੱਤੇ ਵੀ ਹਰਿਆਵਲਤਾ ਹੋ ਜਾਂਦੀ, ਘਾਹ ਹੋ ਜਾਂਦਾ ਹੈ। ਇਸੇ ਤਰ੍ਹਾਂ ਅੰਨ ਧਨ ਬਹੁਤਾ ਉਪਜੈ, ਧਰਤੀ ਤੇ ਬਹੁਤਾ ਅੰਨ ਧਨ ਪੈਦਾ ਹੋ ਜਾਂਦਾ ਹੈ। ਇਹਦੇ ਜਗਿਆਸੂ ਦੇ ਹਿਰਦੇ ਰੂਪੀ ਧਰਤੀ ਦੇ ਉੱਤੇ ਜਦੋਂ ਪਰਮਾਤਮਾ ਦੇ ਨਾਮ ਦੀ ਬਰਸਾਤ ਹੁੰਦੀ ਹੈ ਤੇ ਸ਼ੁਭ ਗੁਣਾ ਰੂਪੀ ਅੰਨ ਧਨ ਜਿਹੜਾ ਹੈ ਨਾ ਪੈਦਾ ਹੋ ਜਾਂਦਾ ਹੈ। ਔਗਣ ਰਹਿੰਦੇ ਹੀ ਨਹੀਂ, ਸਾਰੇ ਗੁਣ ਹੀ ਇਸ ਦੇ ਉੱਤੇ ਵਸ ਜਾਂਦੇ ਨੇ। ਧਰਤੀ ਸ਼ੋਭਾ ਪਾਏ, ਜਿਵੇਂ ਧਰਤੀ ਸ਼ੋਭਾ ਪਾਉਂਦੀ ਹੈ, ਸੁੰਦਰ ਲੱਗਦੀ ਹੈ, ਹਰਿਆਵਲਤਾ ਹੁੰਦੀ ਹੈ, ਬਹੁਤ ਸੁੰਦਰ ਹੈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਬੜਾ ਉਪਰਾਲਾ ਕੀਤਾ। ਗੁਰਦੁਆਰਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੇਵਾ ਦੇ ਦਿੱਤੀ। ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਈ ਟਕਸਾਲ ਕੇ, ਮਹਾਰਾਜ ਤੁਸੀਂ ਇਹ ਚਾਰ ਚੁਫੇਰੇ ਹਰਿਆਵਲਤਾ ਦੀ ਸੇਵਾ ਕਰਨੀ ਹੈ, ਬੂਟਿਆਂ ਦੀ ਸੇਵਾ ਕਰਨੀ ਹੈ, ਵੱਖਰੀਆਂ ਵੱਖਰੀਆਂ ਮਹਾਂਪੁਰਸ਼ਾਂ ਨੂੰ ਸੇਵਾ ਸੰਭਾਲੀਆਂ ਨੇ। ਤੇ ਆਪ ਜੀ ਹੁਣ ਦਰਸ਼ਨ ਕਰਦੇ ਹੋ, ਮਨ ਖਿੜ ਜਾਂਦਾ ਹੈ। ਗੁਰ ਘਰ ਆਉਣ ਤੋਂ ਪਹਿਲੋਂ ਹੀ ਮਨ ਆਨੰਦਿਤ ਹੋ ਜਾਂਦਾ ਹੈ ਤੇ ਫਿਰ ਗੁਰੂ ਦੀ ਬਰਸਾਤ ਹੋ ਜਾਂਦੀ ਹੈ। ਇਸ ਕਰਕੇ ਧਰਤੀ ਸ਼ੋਭਾ ਪਾਏ, ਹਿਰਦੇ ਰੂਪੀ ਧਰਤੀ ਵੀ ਸ਼ੋਭਦੀ ਹੈ, ਪ੍ਰਤੱਖ ਧਰਤੀ ਵੀ ਸ਼ੋਭਾ ਪਾਉਂਦੀ ਹੈ। ਅਨ ਦਿਨ ਲੋਕ ਭਗਤ ਕਰੇ, ਗੁਰ ਕਾ ਸ਼ਬਦ ਸਮਾਏ। ਜਿਸ ਸਮੇਂ ਮਨ ਆਨੰਦ ਹੋਵੇ ਨਾ, ਮਨ ਟਿਕਾਓ ਵਿੱਚ ਹੋਵੇ, ਮਨ ਇਕਾਗਰਤਾ ਦੇ ਵਿੱਚ ਹੋਵੇ, ਫਿਰ ਆਪਣੇ ਆਪ ਬਾਣੀ ਪੜ੍ਹਨ ਦੇ ਵਾਸਤੇ ਜੀ ਕਰਦਾ ਹੈ, ਆਪਣੇ ਆਪ ਨਿਤਨੇਮ ਕਰਨ ਵਾਸਤੇ ਮਨ ਵਿੱਚ ਵਲਵਲੇ ਪੈਦਾ ਹੁੰਦੇ ਨੇ, ਕਿਉਂਕਿ ਮਨ ਖਿੜਿਆ ਹੋਇਆ, ਮਨ ਆਨੰਦ ਹੋਇਆ, ਮਨ ਖਿੜਿਆ ਹਰਿਆ ਬਾਗ ਦੇ ਤਰ੍ਹਾਂ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨ ਦਿਨ ਲੋਕ ਭਗਤ ਕਰੇ। ਫਿਰ ਲੋਕ ਜਿਹੜੇ ਨੇ, ਜਗਿਆਸੂ ਜਿਹੜੇ ਨੇ, ਅਨ ਦਿਨ ਹਰ ਰੋਜ਼ ਪਰਮੇਸ਼ਰ ਦੀ ਭਗਤੀ ਕਰਦੇ ਨੇ, ਪ੍ਰਭੂ ਦਾ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕਰਨ ਕਰਕੇ ਕੀ ਹੁੰਦਾ ਹੈ? ਗੁਰ ਕੈ ਸ਼ਬਦ ਸਮਾਏ, ਗੁਰੂ ਦੇ ਸ਼ਬਦ ਉਪਦੇਸ਼ ਦੇ ਰਾਹੀਂ ਗੁਰੂ ਦੇ ਵਿੱਚ ਸਮਾ ਜਾਂਦੇ ਨੇ। ਜਗਿਆਸੂ ਦੀ ਅਭੇਦਤਾ ਰਹਿ ਹੋ ਜਾਂਦੀ ਹੈ। ਫਿਰ ਰੇ ਰੇ ਦਰਗਾਹ ਕਹੈ ਨ ਕੋ, ਆਓ ਬੈਠ ਆਦਰ ਸਭ ਦੇਉ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਅਭੇਦਤਾ ਹੋ ਜਾਂਦੀ, ਸਮਾਈ ਹੋ ਜਾਂਦੀ ਹੈ, ਰਸਾਈ ਹੋ ਜਾਂਦੀ ਹੈ, ਉਸ ਦੇ ਵਿੱਚ ਜੁੜ ਜਾਂਦੇ ਹਨ। ਆਪੇ ਸੱਚਾ ਬਖਸ਼ ਲਏ,
ਕਰ ਕਿਰਪਾ ਕਰ ਰਜਾਏ। ਬਖਸ਼ਿਸ਼ ਹੋ ਜਾਂਦੀ, ਰਹਿਮਤ ਹੋ ਜਾਂਦੀ ਹੈ। ਫਿਰ ਸਾਹਿਬ ਕਹਿੰਦੇ ਨੇ ਆਪੇ ਸੱਚਾ ਬਖਸ਼ ਲੈ। ਉਹ ਸੱਚਾ ਜੋ ਮਾਲਿਕ ਪਰਮਾਤਮਾ ਤੇਰਾ ਖਸਮ ਹੈ, ਪਰਬ ਕਸਮਾਨਾ, ਉਹ ਆਪ ਹੀ ਕਿਰਪਾ ਕਰਕੇ ਬਖਸ਼ ਲੈਂਦਾ ਹੈ। ਤੇਰੇ ਔਗੁਣਾਂ ਨੂੰ ਨਹੀਂ ਚਿਤਾਰਦਾ ਹੈ, ਤੇਰੇ ਗੁਨਾਹ ਦੇ ਵੱਲੇ ਨਹੀਂ ਦੇਖਦਾ ਹੈ। ਜੇ ਗੁਰੂ ਸਾਡੇ ਗੁਨਾਹ ਦੀ ਗਿਣਤੀ ਕਰਨ ਲੱਗੇ, ਔਗੁਣਾਂ ਨੂੰ ਚਿਤਾਰਨ ਲੱਗੇ ਨਾ, ਫਿਰ ਕਦੇ ਵੀ ਅਸੀਂ ਬਖਸ਼ੇ ਨਹੀਂ ਜਾ ਸਕਦੇ। ਇਹ ਤਾਂ ਉਹਦਾ ਬਿਰਧ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸੁਆਮੀ ਸੰਦਾ। ਇਹ ਤੇ ਗੁਰੂ ਦੇ ਕਪਾਸ ਅਰਦਾਸ ਕਰਨੀ, ਪਾਤਸ਼ਾਹ ਜੀ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਪਾਤਸ਼ਾਹ ਜੀ ਤੇਰੀ ਸ਼ਰਨ ਵਿੱਚ ਆਏ ਹਾਂ, ਨੀਚ ਕਰਮ ਕਰਨ ਵਾਲੇ ਹਾਂ, ਪਰ ਆਪ ਜੀ ਦਾ ਬਿਰਧ ਹੈ। ਆਪ ਜੀ ਬਖਸ਼ਿਸ਼ ਕਰਨ ਵਾਲੇ ਬਖਸ਼ਿੰਦ ਪਿਤਾ ਹੋ। ਆਪੇ ਸੱਚਾ ਬਖਸ਼ ਲੈ, ਆਪ ਬਖਸ਼ਿਸ਼ ਕਰਕੇ ਬਖਸ਼ ਲੈਂਦਾ ਏ। ਕਰ ਕਿਰਪਾ ਕਰੇ ਰਜਾਏ। ਫਿਰ ਉਹ ਕਿਰਪਾ ਕਰ ਦਿੰਦਾ ਆਪਣੀ ਰਜ਼ਾ ਦੇ ਵਿੱਚ, ਆਪਣੀ ਰਹਿਮਤ ਕਰਕੇ, ਆਪਣੀ ਬਖਸ਼ਿਸ਼ ਕਰਕੇ, ਕਿਉਂਕਿ ਉਸ ਦੀ ਰਜ਼ਾ ਹੈ, ਉਸ ਦੀ ਮਰਜ਼ੀ ਹੈ, ਉਸ ਦਾ ਬਿਰਧ ਹੈ, ਉਸ ਦੀ ਉਦਾਰਤਾ ਹੈ ਕਿ ਜਿਸ ਨੂੰ ਮਰਜ਼ੀ ਉਹ ਬਖਸ਼ ਲੈਂਦਾ ਹੈ। ਗੁਣ ਅਵਗੁਣ ਮੇਰੋ ਕੱਛ ਨਾ ਵਿਚਾਰਿਓ, ਬਖਸ਼ ਲਿਓ ਖਿਨ ਮਾਈ। ਬਾਹਾਂ ਪਕੜ ਠਾਕਰੋਂ ਕਿੱਦੀ, ਗੁਣ ਅਵਗੁਣ ਨਾ ਪਛਾਣੇ। ਜਿਵੇਂ ਪਤੀ ਗੁਣ ਔਗੁਣਾਂ ਦੀ ਪਛਾਣ ਨਹੀਂ ਕਰਦਾ, ਪਤੀ ਪਰਮੇਸ਼ਰ, ਅਸੀਂ ਜੀਵ ਰੂਪੀ ਇਸਤਰੀਆਂ, ਕਿਉਂਕਿ ਸਾਹਿਬ ਕਹਿੰਦੇ ਠਾਕੁਰ ਏਕ ਸਬਾਈ ਨਾਰ। ਇਸ ਕਰਕੇ ਉਹ ਸਾਡੇ ਗੁਣਾ ਔਗੁਣਾਂ ਦੀ ਪਛਾਣ ਨਹੀਂ ਕਰਦਾ ਹੈ, ਰਹਿਮਤ ਕਰਕੇ ਕਿਰਪਾ ਕਰਕੇ ਆਪ ਹੀ ਬਖਸ਼ ਲੈਂਦਾ ਹੈ। ਹਰ ਗੁਣ ਗਾਵੋ ਕਾਮਣੀ, ਸੱਚਾ ਸ਼ਬਦ ਸਮਾਏ। ਇਹ ਕਾਮਣੀ ਜੀਵ ਰੂਪੀ ਇਸਤਰੀ, ਹਰੀ ਪਰਮਾਤਮਾ ਦੇ ਗੁਣ ਗਾਇਨ ਕਰ, ਕਿਉਂਕਿ ਸੱਚੇ ਸ਼ਬਦ ਸਮਾਏ। ਗੁਣ ਗਾਇਨ ਕਰਨ ਕਰਕੇ ਸੱਚੇ ਮਾਲਕ ਦੇ ਸ਼ਬਦ ਵਿੱਚ ਸਮਾਈ ਹੋ ਜਾਏਗੀ, ਆਤਮਕ ਅਡੋਲਤਾ ਪੈ ਹੋ ਜਾਏਗੀ, ਆਨੰਦਤਾ ਹੋ ਜਾਏਗੀ। ਭੈ ਕਾ ਸਹਿਜ ਸ਼ਿੰਗਾਰ ਕਰੋ, ਸੱਚ ਰਹੋ ਲਿਵਲਾਏ। ਉਸ ਮਾਲਕ ਦੇ ਭੈ ਦਾ ਜੋ ਆਨੰਦ ਦਾ ਸ਼ਿੰਗਾਰ ਹੈ ਨਾ, ਉਹ ਮਾਲਕ ਦੇ ਭੈ ਦੇ ਵਿੱਚ ਜੋ ਰਹਿ ਕੇ ਉਹ ਸ਼ਿੰਗਾਰ ਧਾਰਨ ਕਰਨਾ, ਭੈ ਦੇ ਵਿੱਚ ਰਹਿ ਕੇ ਆਤਮਿਕ ਅਡੋਲਤਾ ਦਾ ਸ਼ਿੰਗਾਰ ਕਰਨਾ, ਇਸਤਤੀ ਦਾ ਸ਼ਿੰਗਾਰ ਕਰਨਾ ਹੈ, ਤੇ ਸੱਚੇ ਮਾਲਕ ਦੇ ਨਾਲ ਲਿਵ ਲਾਉਣੀ ਹੈ, ਪ੍ਰਭੂ ਦੇ ਨਾਲ ਅਭੇਦਤਾ ਕਰਨੀ ਹੈ। ਨਾਨਕ ਨਾਮੋ ਮਨ ਵਸੈ, ਹਰ ਦਰਗਾਹ ਲੈ ਛਡਾਏ। ਇਸ ਲਈ ਸਾਹਿਬ ਕਹਿੰਦੇ ਨਾਨਕ ਹੈ ਨਾਮ, ਨਾਨਕ ਨਾਮੋ ਮਨ ਵਸੇ। ਉਹ ਨਾਮ ਦਾ ਮਨ ਵਿੱਚ ਵਾਸਾ ਹੋ ਜਾਂਦਾ ਹੈ, ਤੇ ਜਦੋਂ ਇਸ ਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਉਸ ਨੂੰ ਮਾਲਕ ਆਪਣੀ ਦਰਗਾਹ ਵਿੱਚ ਛਡਾ ਲੈਂਦਾ ਹੈ। ਉਸ ਦੇ ਗੁਣ ਔਗਣ ਨਹੀਂ ਦੇਖਦਾ, ਉਸ ਦੇ ਲੇਖ ਨਹੀਂ ਦੇਖਦਾ, ਬਖਸ਼ ਲਿਆ ਖਿਨ ਮਾਹੀ ਦੀ ਬਖਸ਼ਿਸ਼ ਕਰਦਾ ਹੈ। ਸਤਿਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ। ਪਪੀਹੇ ਦੀ ਤਰ੍ਹਾਂ ਆਪਣੀ ਬਿਰਤੀ ਬਣਾ ਕੇ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ, ਤਾਂ ਕਿ ਅਸੀਂ ਲੋਕ ਸੁਖੀ ਪ੍ਰਲੋਕ ਸੁਹੇਲੇ ਹੋ ਸਕੀਏ। ਸਿੰਘ ਸਾਹਿਬ ਜੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ